ਸਤਿ ਸ਼੍ਰੀ ਅਕਾਲ एवरीवन, वेलकम बैक टू इंग्लिश कनैक्शन विद गीत। ਅੱਜ ਆਪਾਂ ਆਪਣੇ ਇੰਗਲਿਸ਼ ਲਿਟਰੇਚਰ ਸੀਰੀਜ਼ ਦੀਆਂ ਦੀ 4th ਵੀਡੀਓ ਕਰਨ ਵਾਲੇ ਹਾਂ। 3 ਆਰ ਆਲਰੇਡੀ ਡਨ, ਦੋਜ਼ ਵਰ ਅਬਾਊਟ ਇੰਡੀਅਨ ਇੰਗਲਿਸ਼ ਰਾਈਟਰਸ ਤੇ ਅੱਜ ਦਾ ਟੌਪਿਕ ਹੈ ਨੇਚਰ ਐਂਡ ਸਕੋਪ ਆਫ ਲੈਂਗੁਏਜ। ਇਹ ਲਿੰਗੁਇਸਟਿਕਸ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਇੰਪੋਰਟੈਂਟ ਟੌਪਿਕ ਹੈ ਐਂਡ ਡਿਮਾਂਡਡ ਵਨ ਟੂ, ਕਿਉਂਕਿ ਡਿਮਾਂਡ ਤੇ ਬਣਾਇਆ ਜਾ ਰਿਹਾ ਹੈ। ਜੇ ਤੁਸੀਂ PPSC UGC ਨੈਟ ਅਸਿਸਟੈਂਟ ਪ੍ਰੋਫੈਸਰ ਲੈਕਚਰਰ ਜਾਂ ਸੈਟ ਜਾਂ ਕਿਸੇ ਵੀ ਇੰਗਲਿਸ਼ ਲਿਟਰੇਚਰ ਐਗਜ਼ਾਮ ਜਾਂ ਲਿੰਗੁਇਸਟਿਕ ਐਗਜ਼ਾਮ ਦੀ ਪ੍ਰਿਪਰੇਸ਼ਨ ਕਰ ਰਹੇ ਹੋ ਤਾਂ ਇਹ ਲੈਕਚਰ ਤੁਹਾਡੇ ਲਈ ਕਾਫੀ ਇੰਪੋਰਟੈਂਟ ਹੈ। PPSC ਵਿੱਚ ਵੀ ਇਸ ਟੌਪਿਕ ਤੋਂ ਡਾਇਰੈਕਟ ਡੈਫੀਨੇਸ਼ਨ, ਸਟੇਟਮੈਂਟ ਬੇਸਡ ਕੁਐਸਚਨਸ, MCQs, ਮੈਚਿੰਗ ਕੁਐਸਚਨਸ ਤੇ ਕਨਸੈਪਚੁਅਲ ਕੁਐਸਚਨਸ ਆਉਂਦੇ ਰਹਿੰਦੇ ਨੇ। ਇਸ ਲੈਕਚਰ ਦੇ ਐਂਡ ਤੱਕ ਤੁਸੀਂ ਲੈਂਗੁਏਜ ਦੀ ਡੈਫੀਨੇਸ਼ਨ, ਕਰੈਕਟਰਿਸਟਿਕਸ, ਡਿਜ਼ਾਈਨ ਫੀਚਰਸ ਤੇ ਐਗਜ਼ਾਮ ਓਰੀਐਂਟਡ ਕਨਸੈਪਟਸ ਨੂੰ ਬਹੁਤ ਈਜ਼ੀਲੀ ਸਮਝ ਜਾਓਗੇ। ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਲੈਟਸ ਬਿਗਿਨ। ਤੇ ਸਭ ਤੋਂ ਪਹਿਲਾ ਸਵਾਲ ਕਿ ਲੈਂਗੁਏਜ ਹੈ ਕੀ, ਵਾਟ ਇਜ਼ ਲੈਂਗੁਏਜ। ਸਭ ਤੋਂ ਪਹਿਲਾਂ ਆਪਾਂ ਸਟੈਂਡਰਡ ਡੈਫੀਨੇਸ਼ਨ ਦੇਖਦੇ ਹਾਂ। ਲੈਂਗੁਏਜ ਇਜ਼ ਅ ਸਿਸਟਮ ਆਫ ਆਰਬਿਟਰੀ ਵੋਕਲ ਸਿੰਬਲਸ ਬਾਈ ਮੀਨਸ ਆਫ ਵਿਚ ਮੈਂਬਰਸ ਆਫ ਅ ਸੋਸ਼ਲ ਗਰੁੱਪ ਇੰਟਰੈਕਟ ਐਂਡ ਕਮਿਊਨੀਕੇਟ। ਇਹ ਡੈਫੀਨੇਸ਼ਨ ਬਰਨਾਰਡ ਬਲੌਚ ਤੇ ਜਾਰਜ ਐਲ ਟ੍ਰੈਗਰ ਦੇ ਨਾਲ ਐਸੋਸੀਏਟ ਕੀਤੀ ਜਾਂਦੀ ਹੈ ਤੇ ਐਗਜ਼ਾਮ ਦੇ ਵਿੱਚ ਸਭ ਤੋਂ ਜ਼ਿਆਦਾ ਕੋਟ ਹੁੰਦੀ ਹੈ। ਇਸ ਦੇ ਲਈ ਐਗਜ਼ੈਕਟ ਵਰਡਿੰਗ ਨੂੰ ਯਾਦ ਰੱਖਣਾ ਕਾਫੀ ਇੰਪੋਰਟੈਂਟ ਹੈ। ਇਸ ਡੈਫੀਨੇਸ਼ਨ ਨੂੰ ਆਪਾਂ ਸਿੰਪਲ ਪੰਜਾਬੀ ਦੇ ਵਿੱਚ ਸਮਝਦੇ ਹਾਂ। ਲੈਂਗੁਏਜ ਕੋਈ ਰੈਂਡਮ ਸਾਊਂਡਸ ਦਾ ਕਲੈਕਸ਼ਨ ਨਹੀਂ ਹੈ, ਇਹ ਇੱਕ ਸਿਸਟਮੈਟਿਕ ਤੇ ਰੂਲਸ ਬੇਸਡ ਅਰੇਂਜਮੈਂਟ ਹੈ। ਇਸ ਦੇ ਆਪਣੇ ਗ੍ਰਾਮਰ, ਪ੍ਰੋਨੰਸੀਏਸ਼ਨ ਤੇ ਸੈਂਟੈਂਸ ਫਾਰਮੇਸ਼ਨ ਦੇ ਰੂਲਸ ਹੁੰਦੇ ਨੇ। ਇੱਕ ਹੋਰ ਇੰਪੋਰਟੈਂਟ ਪੁਆਇੰਟ ਕਿ ਲੈਂਗੁਏਜ ਦਾ ਓਰੀਜਨਲ ਫਾਰਮ ਸਪੋਕਨ ਲੈਂਗੁਏਜ ਹੁੰਦਾ ਹੈ, ਰਾਈਟਿੰਗ ਬਾਅਦ ਵਿੱਚ ਡਿਵੈਲਪ ਹੁੰਦੀ ਹੈ। ਇਸ ਲਈ ਲਿੰਗੁਇਸਟਸ ਕਹਿੰਦੇ ਨੇ ਸਪੀਚ ਕਮਸ ਫਸਟ ਐਂਡ ਰਾਈਟਿੰਗ ਆਫਟਰ ਕਮਸ ਲੇਟਰ। ਇਹ ਲਾਈਨ ਐਗਜ਼ਾਮਸ ਦੇ ਵਿੱਚ ਕਾਫੀ ਵਾਰੀ ਪੁੱਛੀ ਜਾ ਚੁੱਕੀ ਹੈ। ਹੁਣ ਆਪਾਂ ਦੇਖਦੇ ਹਾਂ ਇੱਕ ਫੇਮਸ ਲਿੰਗੁਇਸਟ ਹੈਨਰੀ ਸਵੀਟ ਦੀ ਡੈਫੀਨੇਸ਼ਨ। ਉਹ ਕਹਿੰਦੇ ਨੇ ਕਿ ਲੈਂਗੁਏਜ ਇਜ਼ ਦ ਐਕਸਪ੍ਰੈਸ਼ਨ ਆਫ ਆਈਡੀਆਜ਼ ਬਾਈ ਮੀਨਸ ਆਫ ਸਪੀਚ ਸਾਊਂਡਸ ਕੰਬਾਈਨਡ ਇਨਟੂ ਵਰਡਸ। ਇਸ ਡੈਫੀਨੇਸ਼ਨ ਦਾ ਮੇਨ ਫੋਕਸ ਹੈ ਸਪੀਚ ਸਾਊਂਡਸ ਤੇ, ਮਤਲਬ ਲੈਂਗੁਏਜ ਦਾ ਬੇਸਿਕ ਮੀਡੀਅਮ ਸਪੀਚ ਹੈ, ਰਾਈਟਿੰਗ ਸੈਕੰਡਰੀ ਹੈ। ਯਾਦ ਰੱਖੋ ਕਿ ਹੈਨਰੀ ਸਵੀਟ ਨੇ ਕਲੀਅਰਲੀ ਐਮਫਸਾਈਜ਼ ਕੀਤਾ ਹੈ ਕਿ ਸਪੀਚ ਪ੍ਰਾਇਮਰੀ ਹੈ ਤੇ ਰਾਈਟਿੰਗ ਸੈਕੰਡਰੀ। ਇਹ ਕਨਸੈਪਚੁਅਲ ਕੁਐਸਚਨ ਵੀ MCQs ਦੇ ਵਿੱਚ ਫੇਵਰੇਟ ਕੁਐਸਚਨ ਹੈ। ਆਪਾਂ ਦੇਖਦੇ ਹਾਂ ਹੁਣ ਐਡਵਰਡ ਸਪੀਅਰ ਦੀ ਡੈਫੀਨੇਸ਼ਨ। ਇਹ ਡੈਫੀਨੇਸ਼ਨ ਕੰਪੀਟੀਟਿਵ ਐਗਜ਼ਾਮਸ ਵਿੱਚ ਸਭ ਤੋਂ ਜ਼ਿਆਦਾ ਫੇਮਸ ਹੁੰਦੀ ਹੈ। ਸਪੀਅਰ ਕਹਿੰਦੇ ਨੇ ਲੈਂਗੁਏਜ ਇਜ਼ ਅ ਪਿਓਰਲੀ ਹਿਊਮਨ ਐਂਡ ਨॉन ਇੰਸਟਿੰਕਟਿਵ ਮੈਥਡ ਆਫ communicating ideas, emotions and desires by means of voluntarily produced symbols। ਹੁਣ ਇਸ ਡੈਫੀਨੇਸ਼ਨ ਦੇ ਕੀਵਰਡਸ ਨੂੰ ਸਮਝੋ। ਪਿਓਰਲੀ ਹਿਊਮਨ, ਲੈਂਗੁਏਜ ਹਿਊਮਨਸ ਦੀ ਯੂਨੀਕ ਐਬਿਲਿਟੀ ਹੈ। ਐਨੀਮਲਸ ਕਮਿਊਨੀਕੇਟ ਤਾਂ ਕਰਦੇ ਨੇ ਪਰ ਉਹਨਾਂ ਦੇ ਕੋਲ ਹਿਊਮਨ ਲੈਂਗੁਏਜ ਵਰਗੀ ਗ੍ਰਾਮੈਟੀਕਲ ਤੇ ਕ੍ਰੀਏਟਿਵ ਸਿਸਟਮ ਨਹੀਂ ਹੁੰਦਾ। ਨॉन ਇੰਸਟਿੰਕਟਿਵ ਹੈ, ਲੈਂਗੁਏਜ ਜਨਮ ਤੋਂ ਨਹੀਂ ਹੁੰਦੀ। ਅਸੀਂ ਇਸ ਨੂੰ ਇਨਵਾਇਰਨਮੈਂਟ ਤੋਂ ਗ੍ਰੈਬ ਕਰਦੇ ਹਾਂ, ਸਿੱਖਦੇ ਹਾਂ, ਜਿਵੇਂ ਕ੍ਰਾਈਂਗ, ਸਨੀਜ਼ਿੰਗ, ਲਾਫਿੰਗ, ਕਫਿੰਗ। ਇਹ ਇੰਸਟਿੰਕਟਿਵ ਹੁੰਦੇ ਨੇ, ਇਹਨਾਂ ਨੂੰ ਸਿੱਖਣ ਦੀ ਜ਼ਰੂਰਤ ਨਹੀਂ ਹੁੰਦੀ, ਪਰ ਲੈਂਗੁਏਜ ਸਿੱਖਣੀ ਪੈਂਦੀ ਹੈ। ਵੋਲੰਟਰਲੀ ਪ੍ਰੋਡਿਊਸਡ ਸਿੰਬਲਸ, ਅਸੀਂ ਆਪਣੀ ਮਰਜ਼ੀ ਦੇ ਨਾਲ ਵਰਡਸ ਨੂੰ ਚੂਜ਼ ਕਰਦੇ ਹਾਂ, ਇਹ ਇੰਸਟਿੰਕਟਿਵ ਰਿਐਕਸ਼ਨ ਨਹੀਂ ਹੁੰਦੀ। ਜੇ ਐਗਜ਼ਾਮਸ ਦੇ ਵਿੱਚ ਕੁਐਸਚਨ ਆਵੇ who defined language as a purely human and non-instinctive method, ਤਾਂ ਆਪਣਾ ਆਨਸਰ ਹੋਏਗਾ ਐਡਵਰਡ ਸਪੀਅਰ। ਹੋਰ ਆਪਾਂ ਹੁਣ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਪਰਸਨ ਦਾ ਨਾਮ ਲੈਂਦੇ ਹਾਂ, ਦੈਟ ਇਜ਼ ਫਰਡੀਨੈਂਡ ਦੇ ਸੋਸ਼ਿਓਰ। ਇਹਨਾਂ ਨੂੰ ਕਿਹਾ ਜਾਂਦਾ ਹੈ ਫਾਦਰ ਆਫ ਮਾਡਰਨ ਲਿੰਗੁਇਸਟਿਕਸ। ਇਹ ਡਾਇਰੈਕਟ 1 ਲਾਈਨ MCQ ਬਣ ਸਕਦਾ ਹੈ। ਸੋਸ਼ਿਓਰ ਨੇ ਲੈਂਗੁਏਜ ਨੂੰ ਇੱਕ ਸਿਸਟਮ ਆਫ ਸਾਇੰਸ ਦੇ ਰੂਪ ਵਿੱਚ ਡਿਸਕ੍ਰਾਈਬ ਕੀਤਾ, ਜਿਸ ਵਿੱਚ ਹਰ ਇੱਕ ਲਿੰਗੁਇਸਟਿਕ ਸਾਇੰਸ ਦੇ 2 ਪਾਰਟ ਹੁੰਦੇ ਨੇ, ਸਿਗਨੀਫਾਇਰ ਤੇ ਸਿਗਨੀਫਾਈਡ। ਸਿਗਨੀਫਾਇਰ ਦਾ ਮਤਲਬ ਹੈ ਸਾਊਂਡ ਪੈਟਰਨ ਤੇ ਸਿਗਨੀਫਾਈਡ ਹੁੰਦਾ ਹੈ ਉਹ ਕਨਸੈਪਟ ਜਿਸ ਦੇ ਨਾਲ ਉਹ ਸਾਊਂਡ ਜੁੜੀ ਹੋਈ ਹੈ। ਫੋਰ ਐਗਜ਼ਾਮਪਲ ਜਦੋਂ ਅਸੀਂ ਟਰੀ ਬੋਲਦੇ ਹਾਂ ਤਾਂ ਵਰਡ ਟਰੀ ਸਿਗਨੀਫਾਇਰ ਹੈ ਤੇ ਮਾਈਂਡ ਵਿੱਚ ਬਣਨ ਵਾਲੀ ਇਮੇਜ ਜਾਂ ਕਨਸੈਪਟ ਜੋ ਹੈ ਉਹ ਸਿਗਨੀਫਾਈਡ ਹੈ। ਇਹ ਕਨਸੈਪਟ ਸਟਰਕਚਰਲ ਲਿੰਗੁਇਸਟਿਕਸ ਦਾ ਬੇਸ ਹੈ। ਇਸ ਟੌਪਿਕ ਨੂੰ ਕੰਪਲੀਟ ਕਰਨ ਦੇ ਲਈ ਇੱਕ ਹੋਰ ਨਾਮ ਲੈਣਾ ਬਹੁਤ ਇੰਪੋਰਟੈਂਟ ਹੈ, ਦੈਟ ਇਜ਼ ਨੋਮ ਚੋਮਸਕੀ। ਚੋਮਸਕੀ ਨੇ ਯੂਨੀਵਰਸਲ ਗ੍ਰਾਮਰ ਦੀ ਥਿਊਰੀ ਦਿੱਤੀ, ਜਿਸ ਅਨੁਸਾਰ ਸਾਰੇ ਇਨਸਾਨਾਂ ਦੇ ਨਾਲ ਇੱਕ ਬਿਲਟ ਇਨ ਲੈਂਗੁਏਜ ਫੈਸਿਲਿਟੀ ਜਨਮ ਤੋਂ ਹੀ ਨਾਲ ਆਉਂਦੀ ਹੈ ਤੇ ਇਹਨਾਂ ਨੇ ਮਾਡਰਨ ਲਿੰਗੁਇਸਟਿਕਸ ਨੂੰ ਕੰਪਲੀਟਲੀ ਟਰਾਂਸਫਾਰਮ ਕਰ ਦਿੱਤਾ। PPSC ਦੇ ਵਿੱਚ ਚੋਮਸਕੀ ਦੇ ਨਾਮ ਤੇ ਯੂਨੀਵਰਸਲ ਗ੍ਰਾਮਰ ਲਿੰਕ ਹਮੇਸ਼ਾ ਹੁੰਦੀ ਹੈ, ਇਸ ਨੂੰ ਯਾਦ ਰੱਖਣਾ ਹੈ। ਇੱਕ ਇੰਪੋਰਟੈਂਟ ਕਲੈਰੀਫਿਕੇਸ਼ਨ ਸਿਰਫ ਇਹ ਕਹਿਣਾ ਕਿ ਲੈਂਗੁਏਜ ਯੂਨੀਕਲੀ ਹਿਊਮਨ ਹੈ ਥੋੜਾ ਇਨਕੰਪਲੀਟ ਹੈ। ਸਹੀ ਤਰੀਕੇ ਨਾਲ ਸਮਝਿਆ ਜਾਵੇ ਤਾਂ ਫੁੱਲੀ ਡਿਵੈਲਪ ਲੈਂਗੁਏਜ ਜਿਸ ਵਿੱਚ ਗ੍ਰਾਮਰ, ਰਿਕਰਸ਼ਨ ਤੇ ਅਨਲਿਮਿਟਿਡ ਕ੍ਰੀਏਟਿਵਿਟੀ ਸ਼ਾਮਿਲ ਹੈ ਉਹ ਯੂਨੀਕਲੀ ਹਿਊਮਨ ਹੈ। ਐਨੀਮਲਸ ਕਮਿਊਨੀਕੇਟ ਕਰਦੇ ਹੈ ਪਰ ਉਹਨਾਂ ਦਾ ਕਮਿਊਨੀਕੇਸ਼ਨ ਸਿਸਟਮ ਬਹੁਤ ਲਿਮਿਟਿਡ ਹੁੰਦਾ ਹੈ। ਹੁਣ ਸਮਝਦੇ ਹਾਂ ਆਪਾਂ ਨੇਚਰ ਆਫ ਲੈਂਗੁਏਜ ਨੂੰ।
ਨੇਚਰ ਦਾ ਮਤਲਬ ਹੁੰਦਾ ਹੈ ਲੈਂਗੁਏਜ ਦੀ ਬੇਸਿਕ ਕਰੈਕਟਰਿਸਟਿਕਸ। ਹੁਣ ਆਪਾਂ ਕੁਝ ਪੁਆਇੰਟਸ ਯਾਦ ਰੱਖਣ ਵਾਲੇ ਡਿਸਕਸ ਕਰਾਂਗੇ। ਲੈਂਗੁਏਜ ਇਜ਼ ਸੋਸ਼ਲ, ਲੈਂਗੁਏਜ ਇੱਕ ਇੰਡੀਵਿਜੂਅਲ ਚੀਜ਼ ਨਹੀਂ ਹੈ, ਇਹ ਸੁਸਾਇਟੀ ਵਿੱਚ ਐਗਜ਼ਿਸਟ ਕਰਦੀ ਹੈ। ਜੇ ਸੁਸਾਇਟੀ ਨਾ ਹੋਵੇ ਤਾਂ ਲੈਂਗੁਏਜ ਵੀ ਡਿਵੈਲਪ ਨਹੀਂ ਹੋ ਸਕਦੀ। ਲੈਂਗੁਏਜ ਇਜ਼ ਸਿਸਟਮੈਟਿਕ, ਹਰ ਇੱਕ ਲੈਂਗੁਏਜ ਦੇ ਆਪਣੇ ਰੂਲਸ ਹੁੰਦੇ ਨੇ, ਗ੍ਰਾਮਰ, ਪੰਕਚੁਏਸ਼ਨ, ਪ੍ਰੋਨਾਂਸੀਏਸ਼ਨ, ਵਰਡ ਆਰਡਰ, ਇਹ ਸਾਰੇ ਫਿਕਸਡ ਪ੍ਰਿੰਸੀਪਲਸ ਫੋਲੋ ਕਰਦੇ ਨੇ। ਲੈਂਗੁਏਜ ਸਿੰਬੋਲਿਕ ਹੈ, ਵਰਡਸ ਐਕਚੁਅਲ ਆਬਜੈਕਟਸ ਨਹੀਂ ਹੁੰਦੇ, ਉਹ ਸਿਰਫ ਸਿੰਬਲਸ ਹੁੰਦੇ ਨੇ। ਫੋਰ ਐਗਜ਼ਾਮਪਲ ਜਿਹੜਾ ਵਰਡ ਬੁੱਕ ਹੈ ਉਹ ਕਿਤਾਬ ਨਹੀਂ ਹੈ, ਉਹ ਸਿਰਫ ਕਿਤਾਬ ਨੂੰ ਰਿਪਰੈਜ਼ੈਂਟ ਕਰਦਾ ਹੈ। ਲੈਂਗੁਏਜ ਇਜ਼ ਆਰਬਿਟਰਰੀ, ਵਰਡ ਦਾ ਮੀਨਿੰਗ ਦਾ ਕੋਈ ਨੈਚੁਰਲ ਰਿਲੇਸ਼ਨ ਨਹੀਂ ਹੁੰਦਾ। ਇੰਗਲਿਸ਼ ਦੇ ਵਿੱਚ ਡੌਗ, ਪੰਜਾਬੀ ਵਿੱਚ ਕੁੱਤਾ ਤੇ ਫ੍ਰੈਂਚ ਦੇ ਵਿੱਚ ਯੈਨ। ਐਨੀਮਲ ਇੱਕੋ ਨੇ ਪਰ ਵਰਡਸ ਅਲੱਗ-ਅਲੱਗ ਹੈ, ਇਸ ਲਈ ਆਪਾਂ ਕਹਿ ਸਕਦੇ ਹਾਂ ਲੈਂਗੁਏਜ ਆਰਬਿਟਰਰੀ ਹੈ। ਲੈਂਗੁਏਜ ਇਜ਼ ਲਰਨਡ, ਲੈਂਗੁਏਜ ਜੈਨੇਟਿਕਲੀ ਇਨਹੈਰਿਟ ਨਹੀਂ ਹੁੰਦੀ, ਚਿਲਡਰਨ ਇਸ ਨੂੰ ਇਨਵਾਇਰਮੈਂਟ ਤੋਂ ਸਿੱਖਦੇ ਨੇ। ਜੇ ਪੰਜਾਬ ਦਾ ਬੱਚਾ ਜਾਪਾਨ ਵਿੱਚ ਗਰੋ ਕਰੇਗਾ ਤਾਂ ਜਾਪਨੀਜ਼ ਹੀ ਬੋਲੇਗਾ। ਲੈਂਗੁਏਜ ਇਜ਼ ਡਾਇਨਾਮਿਕ, ਲੈਂਗੁਏਜ ਕਨਸਟੈਂਟਲੀ ਚੇਂਜ ਹੁੰਦੀ ਰਹਿੰਦੀ ਹੈ, ਨਵੇਂ ਵਰਡਸ ਐਡ ਹੁੰਦੇ ਰਹਿੰਦੇ ਹੈ, ਪੁਰਾਣੇ ਡਿਸਅਪੀਅਰ ਹੋ ਜਾਂਦੇ ਹੈ। ਫੋਰ ਐਗਜ਼ਾਮਪਲ ਗੂਗਲ, ਸੈਲਫੀ, ਪੋਡਕਾਸਟ, ਇਮੋਜੀ, ਇਹ ਸਾਰੇ ਰਿਲੇਟਿਵਲੀ ਨਵੇਂ ਵਰਡਸ ਨੇ। ਲੈਂਗੁਏਜ ਸ਼ੋ ਪ੍ਰੋਡਕਟਿਵਿਟੀ, ਹਿਊਮਨ ਬੀਇੰਗਸ ਲੈਂਗੁਏਜ ਦੇ ਜ਼ਰੀਏ ਅਨਲਿਮਿਟਿਡ ਨਵੇਂ ਸੈਂਟੈਂਸਿਸ ਬਣਾ ਸਕਦੇ ਨੇ। ਹੌਕਿਟ ਇਸ ਕਰੈਕਟਰਿਸਟਿਕ ਨੂੰ ਪ੍ਰੋਡਕਟਿਵਿਟੀ ਦਾ ਨਾਮ ਦਿੰਦੇ ਨੇ, ਇਸ ਲਈ ਪੀਪੀਐਸਸੀ ਆਨਸਰਸ ਦੇ ਵਿੱਚ ਕ੍ਰੀਏਟਿਵ ਦੀ ਜਗ੍ਹਾ ਤੇ ਪ੍ਰੋਡਕਟਿਵਿਟੀ ਟਰਮ ਯੂਜ਼ ਕਰਨਾ ਜ਼ਿਆਦਾ ਐਕੂਰੇਟ ਹੈ। ਲੈਂਗੁਏਜ ਪ੍ਰੀਜ਼ਰਵ ਕਲਚਰ, ਲੈਂਗੁਏਜ ਕਲਚਰ ਨੂੰ ਜਨਰੇਸ਼ਨ ਟੂ ਜਨਰੇਸ਼ਨ ਟ੍ਰਾਂਸਫਰ ਕਰਦੀ ਹੈ। ਹਿਸਟਰੀ, ਟ੍ਰੈਡੀਸ਼ਨਸ, ਕਸਟਮ, ਰਿਲੀਜਨਸ, ਨੌਲੇਜ, ਇਹ ਸਭ ਲੈਂਗੁਏਜ ਦੇ ਥਰੂ ਪ੍ਰੀਜ਼ਰਵ ਹੁੰਦੇ ਨੇ। ਹੁਣ ਅਸੀਂ ਪਹੁੰਚ ਗਏ ਹਾਂ ਸਭ ਤੋਂ ਇੰਪੋਰਟੈਂਟ ਸੈਕਸ਼ਨ ਤੇ, ਦੈਟ ਇਜ਼ ਡਿਜ਼ਾਈਨ ਫੀਚਰਸ ਦਾ। ਕਨਸੈਪਟ ਅਮਰੀਕਨ ਲਿੰਗੁਇਸਟ ਚਾਰਲਸ ਐਫ ਹੌਕਿਟ ਨੇ ਦਿੱਤਾ ਸੀਗਾ। ਪੀਪੀਐਸਸੀ ਦੇ ਵਿੱਚ ਇਸ ਟੌਪਿਕ ਤੋਂ ਬਹੁਤ ਸਾਰੇ ਐਮਸੀਕਿਊਜ਼ ਆਉਂਦੇ ਨੇ, ਇਸ ਲਈ ਡੈਫੀਨੇਸ਼ਨ ਦੇ ਨਾਲ ਨਾਲ ਐਗਜ਼ਾਮਪਲਸ ਯਾਦ ਰੱਖਣੇ ਇੰਪੋਰਟੈਂਟ ਹੈ। ਫਸਟ ਫੀਚਰ ਹੈ ਆਰਬਿਟਰਰੀਨੈਸ, ਵਰਡ ਤੇ ਮੀਨਿੰਗ ਦੇ ਵਿੱਚ ਕੋਈ ਨੈਚੁਰਲ ਕਨੈਕਸ਼ਨ ਨਹੀਂ ਹੁੰਦਾ। ਆਪਾਂ ਹੁਣ ਐਗਜ਼ਾਮਪਲ ਦਿੱਤਾ ਸੀ ਡੌਗ, ਕੁੱਤਾ, ਚੈਨ। ਡਿਊਐਲਿਟੀ ਆਫ ਪੈਟਰਨ ਹੁੰਦਾ ਇਸ ਦੇ ਵਿੱਚ। ਲੈਂਗੁਏਜ ਦੋ ਲੈਵਲਸ ਤੇ ਕੰਮ ਕਰਦੀ ਹੈ, ਪਹਿਲਾ ਹੈ ਮੀਨਿੰਗਲੈਸ ਸਾਊਂਡਸ ਜਿਨ੍ਹਾਂ ਨੂੰ ਫੋਨੀਮਸ ਕਿਹਾ ਜਾਂਦਾ ਹੈ, ਦੂਸਰਾ ਇਸ ਸਾਊਂਡ ਨੂੰ ਕੰਬਾਈਨ ਹੋ ਕੇ ਮੀਨਿੰਗਫੁਲ ਵਰਡਸ ਬਣਾ ਦਿੰਦੇ ਨੇ, ਜਿਵੇਂ ਕ, ਐਟ, ਕੈਟ, ਕੰਬਾਈਨ ਹੋ ਕੇ ਕੈਟ ਬਣ ਜਾਂਦਾ ਹੈ। ਪ੍ਰੋਡਕਟਿਵਿਟੀ, ਹਿਊਮਨ ਸਪੀਕਰਸ ਇਨਫਾਈਨਾਈਟ ਨਵੇਂ ਸੈਂਟੈਂਸਸ ਬਣਾ ਸਕਦੇ ਨੇ, ਇਹ ਫੀਚਰ ਕ੍ਰੀਏਟਿਵਿਟੀ ਕਿਹਾ ਜਾਂਦਾ ਹੈ। ਡਿਸਪਲੇਸਮੈਂਟ, ਡਿਸਪਲੇਸਮੈਂਟ ਦਾ ਮਤਲਬ ਹੈ ਕਿ ਅਸੀਂ ਸਿਰਫ ਪ੍ਰੈਜ਼ੈਂਟ ਸਿਚੁਏਸ਼ਨ ਤੱਕ ਸੀਮਿਤ ਨਹੀਂ ਹੁੰਦੇ, ਅਸੀਂ ਆਉਣ ਵਾਲੇ ਸਮੇਂ ਦੇ ਬਾਰੇ ਵੀ ਗੱਲ ਕਰ ਸਕਦੇ ਹਾਂ, ਜਿਵੇਂ ਪਾਸਟ, ਫਿਊਚਰ, ਇਮੈਜਨਰੀ ਸਿਚੁਏਸ਼ਨ ਤੇ ਡਿਸਟੈਂਟ ਪਲੇਸਿਸ। ਫੋਰ ਐਗਜ਼ਾਮਪਲ ਅਗਲੇ ਸਾਲ ਕੈਨੇਡਾ ਜਾਣਾ, ਕੱਲ ਰੇਨ ਹੋਈ ਸੀ, ਜੇ ਮੈਂ ਪਰੀ ਹੁੰਦੀ ਤਾਂ ਮੈਂ ਉੱਡ ਸਕਦੀ, ਕੁਝ ਵੀ ਆਪਾਂ ਇਮੈਜਿਨ ਕਰਕੇ ਗੱਲ ਕਰ ਸਕਦੇ ਹਾਂ। ਕਲਚਰਲ ਟਰਾਂਸਮਿਸ਼ਨ, ਲੈਂਗੁਏਜ ਪੈਰੈਂਟਸ ਤੋਂ ਜੀਨਸ ਨਾਲ ਨਹੀਂ ਆਉਂਦੀ, ਕਮਿਊਨਿਟੀ ਤੋਂ ਸਿੱਖਣੀ ਪੈਂਦੀ ਹੈ। ਡਿਸਕ੍ਰੀਟਨੈਸ, ਲੈਂਗੁਏਜ ਦੇ ਸਾਊਂਡਸ ਕਲੀਅਰਲੀ ਸੈਪਰੇਟ ਹੁੰਦੇ ਨੇ। ਫੋਰ ਐਗਜ਼ਾਮਪਲ ਪ ਤੇ ਬ ਇੱਕੋ ਸਾਊਂਡ ਨਹੀਂ ਹੈ, ਮੀਨਿੰਗ ਚੇਂਜ ਹੋ ਜਾਂਦਾ ਹੈ। ਇੰਟਰਚੇਂਜੇਬਿਲਿਟੀ, ਹਰ ਨਾਰਮਲ ਸਪੀਕਰ ਮੈਸੇਜ ਸੈਂਡ ਵੀ ਕਰ ਸਕਦਾ ਹੈ ਤੇ ਰਿਸੀਵ ਵੀ ਕਰ ਸਕਦਾ ਹੈ, ਮਤਲਬ ਅਸੀਂ ਬੋਲ ਵੀ ਸਕਦੇ ਹਾਂ ਤੇ ਸੁਣ ਵੀ ਸਕਦੇ ਹਾਂ, ਇਹ ਕਮਿਊਨੀਕੇਸ਼ਨ ਦਾ ਟੂ ਵੇ ਪ੍ਰੋਸੈਸ ਹੈ। ਸਪੈਸ਼ਲਾਈਜੇਸ਼ਨ, ਸਾਡੇ ਸਪੀਚ ਆਰਗਨਸ ਪ੍ਰਾਇਮਰਲੀ ਕਮਿਊਨੀਕੇਸ਼ਨ ਦੇ ਲਈ ਲੈਂਗੁਏਜ ਪ੍ਰੋਡਿਊਸ ਕਰਦੇ ਨੇ, ਨਾ ਕਿ ਬਰੀਦਿੰਗ ਜਾਂ ਈਟਿੰਗ ਵਰਗੇ ਬਾਇਓਲੋਜੀਕਲ ਫੰਕਸ਼ਨਸ ਦੇ ਲਈ। ਜਦੋਂ ਅਸੀਂ ਬੋਲਦੇ ਹਾਂ ਸਾਡਾ ਮੇਨ ਆਬਜੈਕਟਿਵ ਇਨਫੋਰਮੇਸ਼ਨ, ਆਈਡੀਆਜ਼, ਇਮੋਸ਼ਨਸ ਜਾਂ ਫੀਲਿੰਗਸ ਸ਼ੇਅਰ ਕਰਨਾ ਹੁੰਦਾ ਹੈ। ਸਿਮੈਂਟਿਸਿਟੀ, ਲਿੰਗੁਇਸਟਿਕ ਸਿੰਬਲ ਸਪੈਸੀਫਿਕ ਮੀਨਿੰਗ ਨਾਲ ਐਸੋਸੀਏਟ ਹੁੰਦੇ ਨੇ, ਜਿਸ ਨੂੰ ਆਪਾਂ ਸਿਮੈਂਟਿਕਸ ਪੜ੍ਹਦੇ ਹਾਂ, ਪਰ ਇਹ ਮੀਨਿੰਗ ਕੰਟੈਕਸਟ ਦੇ ਅਕੋਰਡਿੰਗ ਵੈਰੀ ਵੀ ਕਰ ਸਕਦੇ ਨੇ, ਅਲੱਗ-ਅਲੱਗ ਹੋ ਸਕਦੇ ਆ। ਵਾਟਰ ਪਾਣੀ ਨੂੰ ਰੈਫਰ ਕਰਦਾ ਹੈ, ਬੁੱਕ ਕਿਤਾਬ ਨੂੰ ਰੈਫਰ ਕਰਦੀ ਹੈ, ਹਰ ਵਰਡ ਕਿਸੇ ਨਾ ਕਿਸੇ ਕਨਸੈਪਟ ਜਾਂ ਆਬਜੈਕਟ ਦੇ ਨਾਲ ਕਨੈਕਟਡ ਹੁੰਦੇ ਹੈ। ਪ੍ਰੀਵੈਰੀਕੇਸ਼ਨ, ਹਿਊਮਨ ਸੱਚ ਵੀ ਬੋਲ ਸਕਦੇ ਨੇ, ਝੂਠ ਵੀ ਬੋਲ ਸਕਦੇ ਨੇ ਤੇ ਇਮੈਜਨਰੀ ਜਾਂ ਹਾਈਪੋਥੈਟੀਕਲ ਸਿਚੁਏਸ਼ਨ ਵੀ ਡਿਸਕ੍ਰਾਈਬ ਕਰ ਸਕਦੇ ਨੇ। ਐਗਜ਼ਾਮਪਲ, ਇਫ ਆਈ ਹੈਡ ਵਿੰਗਸ ਆਈ ਵੁੱਡ ਫਲਾਈ, ਜਾਂ ਜੇ ਸੂਅਰ ਉੱਡ ਸਕਦੇ, ਇਹ ਸਿਰਫ ਹਿਊਮਨ ਲੈਂਗੁਏਜ ਦੀ ਹੀ ਖਾਸੀਅਤ ਹੈ। ਰਿਫਲੈਕਸਿਵਨੈਸ, ਲੈਂਗੁਏਜ ਦਾ ਯੂਜ਼ ਲੈਂਗੁਏਜ ਬਾਰੇ ਗੱਲ ਕਰਨ ਲਈ ਵੀ ਕੀਤਾ ਜਾ ਸਕਦਾ ਹੈ, ਜਿਵੇਂ ਆਪਾਂ ਹੁਣੇ ਕਰ ਰਹੇ ਹਾਂ। ਐਗਜ਼ਾਮਪਲ, ਜਦੋਂ ਅਸੀਂ ਗ੍ਰਾਮਰ ਵੀ ਪੜ੍ਹਦੇ ਹਾਂ, ਪ੍ਰੋਨਾਂਸੀਏਸ਼ਨ ਡਿਸਕਸ ਕਰਦੇ ਹਾਂ ਜਾਂ ਲੈਂਗੁਏਜ ਦੀ ਡੈਫੀਨੇਸ਼ਨ ਐਕਸਪਲੇਨ ਕਰਦੇ ਹਾਂ, ਅਸੀਂ ਲੈਂਗੁਏਜ ਨੂੰ ਹੀ ਲੈਂਗੁਏਜ ਨਾਲ ਐਕਸਪਲੇਨ ਕਰ ਰਹੇ ਹੁੰਦੇ ਹਾਂ। ਲਰਨੇਬਿਲਿਟੀ, ਇੱਕ ਲੈਂਗੁਏਜ ਬੋਲਣ ਵਾਲਾ ਬੰਦਾ ਹਰ ਲੈਂਗੁਏਜ ਨੂੰ ਸਿੱਖ ਸਕਦਾ ਹੈ, ਪੰਜਾਬੀ ਇੰਗਲਿਸ਼ ਸਿੱਖ ਸਕਦੇ ਹੈ, ਇੰਗਲਿਸ਼ ਸਪੀਕਰ ਫ੍ਰੈਂਚ ਨੂੰ ਸਿੱਖ ਸਕਦੇ ਹੈ, ਇਹ ਹਿਊਮਨ ਲੈਂਗੁਏਜ ਦੀ ਯੂਨੀਕ ਕੈਪੇਬਿਲਿਟੀ ਹੈ।
ਪੀਪੀਐਸਸੀ ਵਿੱਚ ਅਕਸਰ ਡੈਫੀਨੇਸ਼ਨ ਨਹੀਂ ਐਗਜ਼ਾਮਪਲ ਬੇਸਡ ਐਮਸੀਕਿਊਜ਼ ਵੀ ਪੁੱਛੇ ਜਾਂਦੇ ਨੇ, ਇਸ ਲਈ ਸਿਰਫ ਡੈਫੀਨੇਸ਼ਨ ਯਾਦ ਨਾ ਕਰੋ, ਹਰ ਡਿਜ਼ਾਈਨ ਫੀਚਰ ਦਾ ਇੱਕ ਜਾਂ ਦੋ ਐਗਜ਼ਾਮਪਲ ਆਪਣੇ ਮਾਈਂਡ ਦੇ ਵਿੱਚ ਜ਼ਰੂਰ ਰੱਖੋ। ਹੁਣ ਆਪਾਂ ਸਮਝਦੇ ਹਾਂ ਸਕੋਪ ਆਫ ਲੈਂਗੁਏਜ ਨੂੰ। ਨੇਚਰ ਦਾ ਮਤਲਬ ਸੀ ਲੈਂਗੁਏਜ ਦੇ ਕਰੈਕਟਰਿਸਟਿਕਸ, ਸਕੋਪ ਦਾ ਮਤਲਬ ਹੈ ਲੈਂਗੁਏਜ ਦਾ ਸਟੱਡੀ ਕਿੰਨੇ ਏਰੀਆਜ਼ ਜਾਂ ਬ੍ਰਾਂਚਿਸ ਨੂੰ ਕਵਰ ਕਰਦਾ ਹੈ। ਲੈਂਗੁਏਜ ਦਾ ਸਕੋਪ ਬਹੁਤ ਵਾਈਡ ਹੈ, ਇਹ ਸਿਰਫ ਬੋਲਣ ਤੱਕ ਸੀਮਿਤ ਨਹੀਂ ਹੈ, ਇਹ ਸਾਇੰਸ, ਸਾਈਕੋਲੋਜੀ, ਸੋਸ਼ੀਓਲੋਜੀ, ਐਜੂਕੇਸ਼ਨ, ਲਿਟਰੇਚਰ ਤੇ ਟੈਕਨੋਲੋਜੀ ਨਾਲ ਵੀ ਕਨੈਕਟਡ ਹੈ। ਅੱਜ ਕੱਲ੍ਹ ਲੈਂਗੁਏਜ ਐਜੂਕੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਟ੍ਰਾਂਸਲੇਸ਼ਨ, ਲੈਕਸੀਕੋਗ੍ਰਾਫੀ, ਫੋਰੈਂਸਿਕ ਲਿੰਗੁਇਸਟਿਕਸ, ਕੰਪਿਊਟੇਸ਼ਨਲ ਲਿੰਗੁਇਸਟਿਕਸ ਤੇ ਲੈਂਗੁਏਜ ਟੈਕਨੋਲੋਜੀ ਵਰਗੀ ਫੀਲਡਸ ਵਿੱਚ ਸਟੱਡੀ ਕੀਤੀ ਜਾਂਦੀ ਹੈ। ਹੁਣ ਦੇਖਦੇ ਹਾਂ ਲਿੰਗੁਇਸਟਿਕਸ ਦੀਆਂ ਇੰਪੋਰਟੈਂਟ ਬ੍ਰਾਂਚਿਸ। ਫਰਸਟ ਹੈ ਫੋਨੈਟਿਕਸ, ਆਪਾਂ ਅੱਗੇ ਡਿਟੇਲ 'ਚ ਡਿਸਕਸ ਕਰਾਂਗੇ। ਸਪੀਚ ਸਾਊਂਡਸ ਦਾ ਸਾਇੰਟੀਫਿਕ ਸਟੱਡੀ ਹੈ, ਇਹ ਦੱਸਦਾ ਹੈ ਕਿ ਸਾਊਂਡਸ ਕਿਵੇਂ ਪ੍ਰੋਡਿਊਸ, ਟ੍ਰਾਂਸਮਿਟ ਤੇ ਹੇਅਰ ਹੁੰਦੀਆਂ ਨੇ। ਫੋਨੋਲੋਜੀ ਕਿਸੇ ਲੈਂਗੁਏਜ ਦਾ ਸਾਊਂਡ ਸਿਸਟਮ ਦੀ ਸਟੱਡੀ ਹੈ, ਇਹ ਦੇਖਦੀ ਹੈ ਕਿ ਸਾਊਂਡਸ ਲੈਂਗੁਏਜ ਦੇ ਵਿੱਚ ਕਿਵੇਂ ਫੰਕਸ਼ਨ ਕਰਦੇ ਨੇ। ਮੋਰਫੋਲੋਜੀ ਵਰਡਸ ਦੀ ਇੰਟਰਨਲ ਸਟਰਕਚਰ ਦੀ ਸਟੱਡੀ ਹੈ, ਇਹ ਵਰਡਸ ਫਾਰਮੇਸ਼ਨ ਨੂੰ ਐਕਸਪਲੇਨ ਕਰਦੀ ਹੈ। ਫੋਰ ਐਗਜ਼ਾਮਪਲ ਹੈਪੀ ਤੋਂ ਬਣਿਆ ਹੈਪੀਨੈਸ, ਟੀਚ ਤੋਂ ਬਣਿਆ ਟੀਚਰ। ਸਿੰਟੈਕਸ ਸੈਂਟੈਂਸ ਸਟਰਕਚਰ ਦਾ ਸਟੱਡੀ ਹੈ, ਇਹ ਦੱਸਦੀ ਹੈ ਕਿ ਵਰਡਸ ਨੂੰ ਕਰੈਕਟ ਆਰਡਰ ਵਿੱਚ ਕਿਵੇਂ ਅਰੇਂਜ ਕੀਤਾ ਜਾ ਸਕਦਾ ਹੈ। ਸ਼ੀ ਇਜ਼ ਰੀਡਿੰਗ ਅ ਬੁੱਕ, ਨਾ ਕਿ ਰੀਡਿੰਗ ਸ਼ੀ ਬੁੱਕ ਇਜ਼। ਸਿਮੈਂਟਿਕਸ ਮੀਨਿੰਗ ਦੀ ਸਟੱਡੀ ਹੈ, ਵਰਡਸ ਤੇ ਸੈਂਟੈਂਸਿਸ ਦਾ ਮੀਨਿੰਗ ਕਿਸ ਤਰ੍ਹਾਂ ਅੰਡਰਸਟੈਂਡ ਕੀਤਾ ਜਾ ਸਕਦਾ ਹੈ। ਪ੍ਰੈਗਮੈਟਿਕਸ ਕੌਂਟੈਕਸਟ ਦੇ ਅਕੋਰਡਿੰਗ ਮੀਨਿੰਗ ਦੀ ਸਟੱਡੀ ਹੈ। ਇਟਸ ਕੋਲਡ ਹੇਅਰ ਸਿਰਫ ਵੈਦਰ ਦੀ ਇਨਫੋਰਮੇਸ਼ਨ ਵੀ ਹੋ ਸਕਦੀ ਹੈ ਜਾਂ ਇਨਡਾਇਰੈਕਟਲੀ ਵਿੰਡੋ ਬੰਦ ਕਰਨ ਦੀ ਰਿਕੁਐਸਟ ਵੀ ਹੋ ਸਕਦੀ ਹੈ। ਸੋਸ਼ੀਓ ਲਿੰਗੁਇਸਟਿਕਸ ਲੈਂਗੁਏਜ ਤੇ ਸੋਸਾਇਟੀ ਦੇ ਰਿਲੇਸ਼ਨਸ਼ਿਪ ਦੀ ਸਟੱਡੀ ਹੈ। ਲੈਂਗੁਏਜ ਏਜ, ਜੈਂਡਰ, ਕਲਾਸ, ਪ੍ਰੋਫੈਸ਼ਨ, ਰਿਲੀਜਨ ਤੇ ਰੀਜਨ ਦੇ ਹਿਸਾਬ ਦੇ ਨਾਲ ਕਿਵੇਂ ਚੇਂਜ ਹੁੰਦੀ ਹੈ। ਸਾਈਕੋ ਲਿੰਗੁਇਸਟਿਕਸ ਇਹ ਸਟੱਡੀ ਕਰਦੀ ਹੈ ਕਿ ਬ੍ਰੇਨ ਲੈਂਗੁਏਜ ਨੂੰ ਕਿਵੇਂ ਅਕਵਾਇਰ, ਪ੍ਰੋਸੈਸ ਤੇ ਪ੍ਰੋਡਿਊਸ ਕਰਦਾ ਹੈ। ਅਪਲਾਈਡ ਲਿੰਗੁਇਸਟਿਕਸ ਲੈਂਗੁਏਜ ਟੀਚਿੰਗ, ਟ੍ਰਾਂਸਲੇਸ਼ਨ, ਡਿਕਸ਼ਨਰੀ ਮੇਕਿੰਗ, ਲੈਂਗੁਏਜ ਟੈਸਟਿੰਗ ਤੇ ਸਪੀਚ ਥੈਰੇਪੀ ਵਿੱਚ ਲਿੰਗੁਇਸਟਿਕਸ ਦੀ ਐਪਲੀਕੇਸ਼ਨ ਦੀ ਗੱਲ ਹੁੰਦੀ ਹੈ। ਹਿਸਟੋਰੀਕਲ ਲਿੰਗੁਇਸਟਿਕਸ ਟਾਈਮ ਦੇ ਨਾਲ ਨਾਲ ਲੈਂਗੁਏਜ ਕਿਵੇਂ ਚੇਂਜ ਹੁੰਦੀ ਹੈ, ਇਸ ਦੀ ਸਟੱਡੀ ਹੈ। ਇਹ ਬ੍ਰਾਂਚ ਕਾਮਨਲੀ ਪੀਪੀਐਸਸੀ ਤੇ ਯੂਜੀਸੀ ਨੈਟ ਵਗੈਰਾ ਦੇ ਵਿੱਚ ਪੁੱਛੀ ਜਾਂਦੀ ਹੈ, ਇਸ ਲਈ ਇਸ ਨਾਮ ਨੂੰ ਜ਼ਰੂਰ ਯਾਦ ਰੱਖੋ, ਇਹ ਬਹੁਤ ਇੰਪੋਰਟੈਂਟ ਐਗਜ਼ਾਮ ਟੌਪਿਕ ਹੈ। ਯਾਦ ਰੱਖੋ ਕਿ all language is communication but not all communication is language। ਐਨੀਮਲਸ ਵੀ ਕਮਿਊਨੀਕੇਟ ਕਰਦੇ ਨੇ ਪਰ ਉਹਨਾਂ ਦੀ ਕਮਿਊਨੀਕੇਸ਼ਨ ਹਿਊਮਨ ਲੈਂਗੁਏਜ ਵਰਗੀ ਨਹੀਂ ਹੁੰਦੀ। ਹਿਊਮਨ ਲੈਂਗੁਏਜ ਕ੍ਰੀਏਟਿਵ ਹੁੰਦੀ ਹੈ, ਮਤਲਬ ਪ੍ਰੋਡਕਟਿਵਿਟੀ ਦਿਖਾਉਂਦੀ ਹੈ। ਐਨੀਮਲ ਕਮਿਊਨੀਕੇਸ਼ਨ ਫਿਕਸਡ ਹੁੰਦੀ ਹੈ, ਹਿਊਮਨ ਲੈਂਗੁਏਜ ਕੰਪਲੈਕਸ ਗ੍ਰਾਮੈਟੀਕਲ ਸਟਰਕਚਰ ਫੋਲੋ ਕਰਦੀ ਹੈ। ਐਨੀਮਲ ਕਮਿਊਨੀਕੇਸ਼ਨ ਵਿੱਚ ਹਿਊਮਨ ਲੈਂਗੁਏਜ ਜਿੰਨੀ ਕੰਪਲੈਕਸ ਗ੍ਰਾਮਰ ਨਹੀਂ ਹੁੰਦੀ। ਹਿਊਮਨਸ ਇਨਫਾਈਨਾਈਟ ਸੈਂਟੈਂਸਸ ਬਣਾ ਸਕਦੇ ਨੇ, ਐਨੀਮਲਸ ਲਿਮਿਟਿਡ ਸਿਗਨਲਸ ਯੂਜ਼ ਕਰਦੇ ਨੇ। ਹਿਊਮਨਸ ਪਾਸਟ, ਫਿਊਚਰ ਤੇ ਇਮੈਜਿਨਰੀ ਸਿਚੁਏਸ਼ਨਸ ਬਾਰੇ ਵੀ ਗੱਲ ਕਰ ਸਕਦੇ ਨੇ, ਐਨੀਮਲਸ ਜਨਰਲੀ ਪ੍ਰੈਜ਼ੈਂਟ ਸਿਚੁਏਸ਼ਨ ਤੱਕ ਲਿਮਿਟਿਡ ਹੁੰਦੇ ਨੇ। ਹਿਊਮਨਸ ਲੈਂਗੁਏਜ ਕਲਚਰ ਤੋਂ ਸਿੱਖਦੇ ਨੇ, ਐਨੀਮਲਸ ਕਮਿਊਨੀਕੇਸ਼ਨ ਲਾਰਜਲੀ ਇੰਸਟਿੰਕਟਿਵ ਹੁੰਦੀ ਹੈ, ਇਸ ਲਈ ਹਿਊਮਨ ਲੈਂਗੁਏਜ ਜ਼ਿਆਦਾ ਕੰਪਲੈਕਸ ਹੈ। ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਬੇਸਿਕ ਥਿਊਰੀਜ਼ ਵੀ ਪੁੱਛੀਆਂ ਜਾ ਸਕਦੀਆਂ ਨੇ। ਥਿਊਰੀਜ਼ ਬਾਰੇ ਔਰ origin of language ਕੁਝ ਫੇਮਸ ਥਿਊਰੀ ਦੀ ਆਪਾਂ ਗੱਲ ਕਰਦੇ ਹਾਂ, ਜਿਵੇਂ ਬਾਊ ਥਿਊਰੀ। ਲੈਂਗੁਏਜ ਨੈਚੁਰਲ ਸਾਊਂਡਸ ਦੀ ਇਮੀਟੇਸ਼ਨ ਤੋਂ ਡਿਵੈਲਪ ਹੋਈ। ਡੌਗ ਦੀ ਬਾਊ, ਕ੍ਰੋ ਦੀ ਕਾਓ, ਪੂ ਥਿਊਰੀ ਅੱਗੇ ਆਪਾਂ ਇੱਕ ਹੋਰ ਡਿਸਕਸ ਕਰ ਲਈਏ। ਲੈਂਗੁਏਜ ਇਮੋਸ਼ਨਲ ਕਰਾਈਜ਼ ਤੋਂ ਡਿਵੈਲਪ ਹੋਈ, ਜਿਵੇਂ ਓਹ, ਆਹ, ਊਪਸ, ਇਹ ਹੋ ਥਿਊਰੀ। ਲੈਂਗੁਏਜ ਕਲੈਕਟਿਵ ਵਰਕ ਦੇ ਰਿਦਮ ਤੋਂ ਡਿਵੈਲਪ ਹੋਈ, ਜਿਵੇਂ ਵਰਕਰਸ ਇਕੱਠੇ ਵੇਟ ਉਠਾਉਂਦੇ ਹੋਏ ਸਾਊਂਡਸ ਪ੍ਰੋਡਿਊਸ ਕਰਦੇ ਸਨ, ਉਸ ਤੋਂ। ਡਿੰਗ ਡੋਂਗ ਥਿਊਰੀ ਆਬਜੈਕਟਸ ਨੈਚੁਰਲੀ ਆਪਣੇ ਸਾਊਂਡਸ ਇਨਸਪਾਇਰ ਕਰਦੇ ਨੇ। ਜੈਸਚਰ ਥਿਊਰੀ ਸਪੀਚ ਤੋਂ ਪਹਿਲਾਂ ਹਿਊਮਨ ਜੈਸਚਰ ਯੂਜ਼ ਕਰਦੇ ਨੇ, ਬਾਅਦ ਵਿੱਚ ਸਾਈਨ ਸਪੀਚ ਡਿਵੈਲਪ ਹੁੰਦੀ ਹੈ। ਇਹ ਸਾਰੀਆਂ ਥਿਊਰੀ ਸਪੈਕੂਲੇਟਿਵਸ ਨੇ, ਅੱਜ ਤੱਕ ਕਿਸੇ ਵੀ ਥਿਊਰੀ ਨੂੰ ਸਾਇੰਟੀਫਿਕਲੀ ਪ੍ਰੂਵ ਨਹੀਂ ਕੀਤਾ ਜਾ ਸਕਿਆ ਤੇ ਕੋਈ ਵੀ ਥਿਊਰੀ ਯੂਨੀਵਰਸਲੀ ਐਕਸੈਪਟਡ ਨਹੀਂ ਹੋਈ। ਅੱਜ ਦੇ ਮਾਡਰਨ ਲਿੰਗੁਇਸਟ ਇਹਨਾਂ ਥਿਊਰੀਜ਼ ਨੂੰ ਸਿਰਫ ਹਿਸਟੋਰੀਕਲ ਇੰਪੋਰਟੈਂਸ ਦਿੰਦੇ ਨੇ। ਪੀਪੀਐਸਸੀ ਐਗਜ਼ਾਮੀਨਰਸ ਨੂੰ ਇਹ ਪੁਆਇੰਟ ਸਪੈਸੀਫਿਕਲੀ ਲਿਖਣਾ ਪਸੰਦ ਆਉਂਦਾ ਹੈ, ਇਸ ਲਈ ਆਨਸਰ ਵਿੱਚ ਜ਼ਰੂਰ ਸ਼ਾਮਿਲ ਕਰੋ। ਅੱਜ ਅਸੀਂ ਮੀਨਿੰਗ ਆਫ ਲੈਂਗੁਏਜ, ਬਲੌਚ ਔਰ ਟ੍ਰੈਗਰ ਦੀ ਡੈਫੀਨੇਸ਼ਨ ਹੈਨਰੀ ਸਵੀਟ, ਐਡਵਰਡ ਸਪਾਇਰ ਤੇ ਫਰਡੀਨੈਂਡ ਦੇ ਸੋਸ਼ਿਓਰ
Noam Chomsky, the universal grammar, nature of language, Hockett, the 12 design features, scope of language, branches of language, human language versus animal communication, the origin of language theories cover कर लइया. Question number 1 आंदा है, who is known as the father of modern linguistics? The answer is Ferdinand de Saussure. Languages, options ਤੁਹਾਡੇ ਕੋਲ screen ਤੇ ਹੈਗੀਆਂ. Language is learned. Third question, which design feature allows humans to talk about past, future and imaginary situations? That is displacement. Keep that in your mind, displacement. The study of meaning is called semantic. काफ़ी common है. The study of word formation is called, word formation ਦੀ study ਨੂੰ ਆਪਾਂ ਕੀ ਕਹਿੰਦੇ ਆ? That is morphology. Who defined language as a purely human and non-instinctive method of communication? Purely human and non-instinctive. That is Edward Spear. Who proposed the theory of universal grammar? Universal grammar the theory किसने दी? That is Noam Chomsky. The next one is, who proposed the design features of human language? Design features of human language. The answer is Charles F. Hockett. सो ਅੱਜ ਆਪਾਂ ਨੇਚਰ ਸਕੋਪ ਆਫ ਲੈਂਗੁਏਜ ਡਿਟੇਲ ਵਿੱਚ ਕੰਪਲੀਟ ਕੀਤਾ. ਮੈਂ ਉਮੀਦ ਕਰਦੀ ਹਾਂ ਕਿ ਹੁਣ ਇਹ ਟੌਪਿਕ ਤੁਹਾਨੂੰ ਸਿਰਫ ਸਮਝ ਹੀ ਨਹੀਂ ਆਇਆ ਹੋਵੇਗਾ, ਬਲਕਿ ਐਗਜ਼ਾਮ ਲਈ ਵੀ ਬਹੁਤ ਸਟਰੋਂਗ ਹੋ ਗਿਆ ਹੋਵੇਗਾ. ਜੇ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਨਾ, ਚੈਨਲ ਇੰਗਲਿਸ਼ ਕਨੈਕਸ਼ਨ ਵਿਦ ਗੀਤ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜ਼ਰੂਰ ਦਬਾਉਣਾ ਭੁੱਲਣਾ ਨਹੀਂ. ਅਗਲੀ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਫੋਨੈਟਿਕਸ, ਫੋਨੋਲੋਜੀ, ਲਿੰਗੁਇਸਟਿਕਸ ਦਾ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਸਕੋਰਿੰਗ ਟੌਪਿਕ. ਕਮੈਂਟਸ ਵਿੱਚ ਜ਼ਰੂਰ ਦੱਸਿਓ ਕਿ ਅੱਜ ਦੇ MCQs ਵਿੱਚ ਤੁਸੀਂ ਕਿੰਨੇ ਕਰੈਕਟ ਕੀਤੇ. ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ. ਉਦੋਂ ਤੱਕ ਕੀਪ ਲਰਨਿੰਗ, ਕੀਪ ਗਰੋਇੰਗ. ਥੈਂਕ ਯੂ ਫॉर ਵਾਚਿੰਗ.